ਤਿਨ ਜਮ ਨੇੜ ਨਾ ਆਇਆ। ਜੁਗੋ ਜੁਗ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਤੇ ਨਿੱਘੀ ਗੋਦ ਚ ਸ਼ੋਭਾਇਮਾਨ ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਹੀਦੀ ਅਸਥਾਨ ਦੇ ਦਰਸ਼ਨ ਕਰ ਰਹੀਆਂ ਸਮੂਹ ਸੰਗਤਾਂ ਵੱਡ ਭਾਗੀ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਆਨੰਦਮਈ ਬਾਣੀ ਦੀ ਆਨੰਦ ਮਾਣ ਰਹੇ। ਬੜੇ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਗੁਰਬਾਣੀ ਦੇ ਹਰ ਜਸ ਕੀਰਤਨ ਸਰਵਣ ਕੀਤੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਨਾਲ ਜੋੜਦੇ ਹੋਏ ਲੜੀਵਾਰ ਵਿਚਾਰ ਗੁਰਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਸ਼੍ਰੋਮਣੀ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਜੋ ਲੜੀਵਾਰ ਵਿਚਾਰ ਦੇ ਵਿੱਚ ਆਪ ਜੀ ਨੇ ਤਾਂ ਪ੍ਰਤੀ ਸਰਵਣ ਕਰਦੇ ਹੋ। ਦੋ ਸ਼ਲੋਕਾਂ ਦਾ ਪਾਠ ਭਾਈ ਸਾਹਿਬ ਜੀ ਨੇ ਬੜੇ ਪਿਆਰ ਸਤਿਕਾਰ ਸਹਿਤ ਕਰਨਾ ਕੀਤਾ। ਕੱਲ ਦੇ ਦੀਵਾਨ ਦੇ ਵਿੱਚ ਵੀ ਸਮਾਪਤੀ ਦੇ ਜੋ ਸ਼ਲੋਕ ਸੀ ਉਹਦੇ ਵਿੱਚ ਬਚਨ ਸੀ ਕਬੀਰ ਰਾਮ ਕਹਿਣ ਮੈਂ ਭੇਦ ਹੈ। ਅੱਜ ਵੀ ਜੋ ਆਰੰਭਤਾ ਦਾ ਸ਼ਲੋਕ ਹੈ ਉਹੋ ਹੀ ਪ੍ਰਕਰਨ ਹੈ। ਫਰਕ ਕੇਵਲ ਇੰਨਾ ਕੁ ਉਥੇ ਆਖਿਆ ਸੀ ਕਬੀਰ ਰਾਮ ਕਹਿਣ ਮੈਂ ਭੇਦ ਹੈ, ਅੱਜ ਕਹਿੰਦੇ ਪਏ ਨੇ ਕਬੀਰ ਰਾਮੈ ਰਾਮ ਕਹੋ ਕਾਹੇ ਬੇ ਮਾਹੇ ਬਾਬੇਕ। ਕੱਲ ਕੋਈ ਸਮਾਪਤੀ ਦੇ ਪਲ ਆਪਾਂ ਇਸ ਪ੍ਰਕਰਨ ਤੇ ਇਸ ਸ਼ਲੋਕ ਤੇ ਵਿਚਾਰ ਕੀਤੀ ਸੀ ਤੇ ਅੱਜ ਆਰੰਭ ਦੇ ਅੰਦਰ ਹੀ ਉਹੀ ਕੱਲ ਵਾਲਾ ਪ੍ਰਕਰਨ ਮੈਨੂੰ ਜਾਰੀ ਰੱਖਣਾ ਪਵੇਗਾ। ਥੋੜਾ ਸਮਾਂ ਆਪਾਂ ਇਸ ਪਹਿਲੇ ਸ਼ਲੋਕ ਤੇ ਔਰ ਬਾਕੀ ਦਾ ਸਮਾਂ ਦੂਸਰੇ ਪਾਵਨ ਸ਼ਲੋਕ ਦੇ ਵਿਚਾਰ ਤੇ ਲਾਉਣ ਦਾ ਯਤਨ ਕਰਾਂਗੇ। ਗੁਰੂ ਕੋਲ ਤਾਕਤ ਹੈ, ਸਮਰੱਥ ਹੈ। ਹੁਣੇ ਹੁਣੇ ਆਪ ਜੀ ਸਰਵਣ ਕਰ ਰਹੇ ਸੀ ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਦਾਰੀ। ਗੁਰੂ ਚਾਹਵੇ ਤੇ ਮੂਰਖ ਨੂੰ ਵਿਦਵਾਨ ਬਣਾ ਦੇਵੇ, ਗੁਰੂ ਚਾਹਵੇ ਤੇ ਵੱਡੇ ਵੱਡੇ ਵਿਦਵਾਨਾਂ ਦੇ ਵੀ ਬੋਲਤੀ ਬੰਦ ਕਰ ਦਿੰਦਾ ਹੈ। ਇਹ ਸਮਰੱਥਾ ਗੁਰੂ ਕੋਲ ਹੈ, ਇਹ ਤਾਕਤ ਗੁਰੂ ਕੋਲ ਹੈ। ਗੁਰੂ ਤੇ ਗੂੰਗਿਆਂ ਨੂੰ ਵੀ ਬੋਲਣ ਲਾ ਦਿੰਦਾ ਤੇ ਗੁਰੂ ਬੋਲਦਿਆਂ ਨੂੰ ਗੂੰਗੇ ਵੀ ਕਰ ਦਿੰਦਾ ਹੈ। ਇਹ ਸਮਰੱਥਾ ਜੇ ਹੁਣੇ ਹੀ ਆਪਾਂ ਸਰਵਣ ਕੀਤਾ ਨਾ। ਭਾਈ ਸਾਹਿਬ ਪੜ੍ਹ ਰਹੇ ਸੀ ਭੇਖਾਰੀ ਤੇ ਰਾਜ ਕਰਾਵੈ ਰਾਜ ਭੇਖਾਰੀ ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਦਾਰੀ।
ਪੰਡਤ ਨੂੰ ਵਿਦਵਾਨ ਨੂੰ ਮੂਰਖ ਬਣਾਵੇ। ਤੇ ਸਾਡੇ ਸਾਨਮੁਖ ਉਦਾਹਰਨਾਂ ਨੇ ਇਤਿਹਾਸ ਵਿੱਚੋਂ ਬੇਸ਼ੱਕ ਅੱਜ ਦਾ ਵਿਦਵਾਨ ਆਪਣੇ ਆਪ ਨੂੰ ਬਹੁਤਾ ਸੋਝੀਵਾਨ ਬਹੁਤਾ ਸਿਆਣਾ ਸਮਝ ਕੇ ਉਹਨਾਂ ਉਦਾਹਰਨਾਂ ਨੂੰ ਉਸ ਇਤਿਹਾਸਕ ਪੱਖ ਨੂੰ ਇੱਕ ਪਾਸੇ ਰੱਖ ਦਿੰਦਾ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ। ਮੈਂ ਵਿਚਾਰ ਆਰੰਭ ਕਰਾਂ ਉਸ ਤੋਂ ਪਹਿਲਾਂ ਆਓ ਪਿਆਰ ਸਤਿਕਾਰ ਸਹਿਤ ਰਸਨਾ ਨੂੰ ਪਵਿੱਤਰ ਕਰੀਏ, ਫਤਿਹ ਦੀ ਸਾਂਝ ਪਾ ਲਈਏ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਕਹਿਣਾ ਕਰ ਲਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਅਰਜ਼ ਕਰਨ ਲੱਗਿਆ ਸੀ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਚੋਂ ਤੇ ਤੁਸੀਂ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ ਨਿਤਾ ਪ੍ਰਤੀ। ਇਸ ਦਿੱਲੀ ਦੇ ਵਿੱਚ ਤੇ ਬਹੁਤ ਕੁਝ ਵਾਪਰਿਆ। ਕਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀਆਂ ਨੇ। ਪੰਜੋਖਰਾ ਸਾਹਿਬ ਦੀ ਪਾਵਨ ਧਰਤੀ ਹੈ। ਮੈਂ ਆਰੰਭਤਾ 'ਚ ਤਾਂ ਬੇਨਤੀ ਕਰਤੀ, ਇੱਕ ਵਿਚਾਰ ਹੁੰਦੀ ਹੈ ਭਾਵਨਾ ਦੀ, ਸ਼ਰਧਾ ਦੀ, ਸਤਿਕਾਰ ਦੀ। ਇੱਕ ਵਿਚਾਰ ਨੂੰ ਅਸੀਂ ਨਾਂ ਦੇ ਦਿੱਤਾ ਗਿਆਨ ਦਾ। ਦੇਖੋ ਗਿਆਨ ਜ਼ਰੂਰੀ ਹੈ, ਪਰ ਜੇ ਗਿਆਨ ਦੇ ਨਾਲ ਵਿਸ਼ਵਾਸ ਨਹੀਂ, ਗਿਆਨ ਦੇ ਨਾਲ ਸ਼ਰਧਾ ਨਹੀਂ, ਗਿਆਨ ਦੇ ਨਾਲ ਭਰੋਸਾ ਨਹੀਂ ਨਾ, ਤੇ ਉਹ ਇਕੱਲਾ ਗਿਆਨ ਕਿਸੇ ਕੰਮ ਦਾ ਵੀ ਨਹੀਂ ਹੈ। ਪੰਜੋਖਰਾ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨੇ। ਤੇ ਉੱਥੋਂ ਦਾ ਰਹਿਣ ਵਾਲਾ ਪੰਡਿਤ ਲਾਲ ਚੰਦ ਹੁਣ ਵਿਦਵਾਨ ਹੀ ਹੈ ਨਾ, ਆਪਣੇ ਆਪ ਨੂੰ ਬੜਾ ਵਿਦਵਾਨ ਮੰਨਦਾ ਹੈ ਵੀ ਸ਼ਾਇਦ ਮੇਰੇ ਵਰਗਾ ਵਿਦਵਾਨ ਨਾ ਹੋਵੇ ਕੋਈ ਵੀ। ਪਰ ਇਹਨਾਂ ਨੇ ਏਡਾ ਵੱਡਾ ਨਾਂ ਰੱਖਿਆ ਹੋਇਆ ਹਰਿਕ੍ਰਿਸ਼ਨ ਸਾਹਿਬ, ਤੇ ਕ੍ਰਿਸ਼ਨ ਨੇ ਤੇ ਗੀਤਾ ਉਚਾਰਨ ਕੀਤੀ। ਮੈਂ ਇਹਨਾਂ ਨੂੰ ਪਰਖਾਂ, ਗੁਰੂ ਦੀ ਪਰਖ ਕਰਨਾ ਚਾਹੁੰਦਾ ਕਿ ਵਾਕਿਆ ਹੀ ਇਹਨਾਂ ਨੂੰ ਕੁਛ ਗਿਆਨ ਹੈ, ਵਾਕਿਆ ਕੁਛ ਸਮਝ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਜਦੋਂ ਗਿਆ ਨਾ, ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਤੇ ਨੇ ਬੇਨਤੀ ਕੀਤੀ। ਕਹਿੰਦੇ ਪਾਤਸ਼ਾਹ ਮੇਰੀ ਇੱਕ ਬੇਨਤੀ ਹੈ। ਸਤਿਗੁਰੂ ਕਹਿੰਦੇ ਭਾਈ ਦੱਸੋ। ਕਹਿੰਦਾ ਜੀ ਮੈਨੂੰ ਗੀਤਾ ਦੇ ਅਰਥ ਕਰਕੇ ਸੁਣਾਓ। ਸਤਿਗੁਰੂ ਕਹਿੰਦੇ ਪਿਆਰਿਆ ਵੀ ਜੇ ਅਸੀਂ ਅਰਥ ਕੀਤੇ ਨਾ ਤੇ ਸ਼ੰਕਾ ਤੇਰਾ ਫੇਰ ਨਹੀਂ ਮਿਟਣਾ। ਇਸ ਬੇਨਤੀ ਨੂੰ, ਇਸ ਵਿਚਾਰ ਨੂੰ ਨਾਲ ਲੈ ਲਿਓ ਕਿ ਗੁਰੂ ਸਮਰੱਥ ਹੈ, ਗੁਰੂ ਕੋਲ ਪਾਵਰ ਹੈ, ਗੁਰੂ ਕੋਲ ਤਾਕਤ ਹੈ। ਪੜ੍ਹਦੇ ਹਾਂ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਇਸ ਪੱਖ ਨੂੰ ਨਾਲ ਲੈ ਕੇ ਜ਼ਰੂਰ ਚੱਲਣਾ। ਆਪਾਂ ਵਿਸ਼ਾ ਉਹੋ ਹੀ ਰੱਖਣਾ ਵੀ ਕਬੀਰ ਰਾਮੈ ਰਾਮ ਕਹੋ ਕਹਿਬੇ ਮਹੈ ਬਵੇਕ। ਵਿਚਾਰ ਉਹੋ ਹੀ ਚੱਲਣੀ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਅਸੀਂ ਵਿਆਖਿਆ ਕੀਤੀ ਨਾ ਤੇ ਤੇਰੇ ਮਨ ਵਿੱਚ ਸ਼ੰਕਾ ਹੋ ਜਾਣਾ ਵੀ ਸਤਿਗੁਰੂ ਜੀ ਨੇ ਜ਼ਰੂਰ ਗੀਤਾ ਦੇ ਅਰਥ ਪੜ੍ਹੇ ਹੋਣਗੇ। ਤੂੰ ਇਸ ਤਰ੍ਹਾਂ ਕਰ, ਆਪਣੀ ਮਰਜ਼ੀ ਦਾ ਮਨੁੱਖ ਲਿਆ। ਹੁਣ ਪੰਡਤ ਦੀ ਤੀਖਣ ਬੁੱਧੀ ਹੈ,
ਚਲਾਕੀ ਵਾਲੀ ਬੁੱਧੀ ਹੈ। ਵਿਚਾਰ ਕੀ ਆਈ? ਕਹਿੰਦੇ ਸਤਿਗੁਰੂ ਜੀ ਨੇ ਕਿਹਾ ਵੀ ਆਪਣੀ ਮਰਜ਼ੀ ਦਾ ਮਨੁੱਖ ਲਿਆ, ਕਿਉਂ ਨਾ ਮੈਂ ਉਸ ਛੱਜੂ ਨੂੰ ਲਿਆਵਾਂ ਜਿਹੜਾ ਲੋਕਾਂ ਦਾ ਪਾਣੀ ਢੋਂਦਾ ਪਿਆ। ਮੈਂ ਬੇਨਤੀ ਆਰੰਭਤਾ 'ਚ ਤਾਂ ਕੀਤੀ ਵੀ ਅੱਜ ਦਾ ਵਿਦਵਾਨ ਇਸ ਸਾਖੀ ਤੋਂ ਵੀ ਮੁਨਕਰ ਹੋ ਗਿਆ। ਉਹ ਕਹਿੰਦਾ ਇਹ ਵਰਤੀ ਨਹੀਂ ਹੋਏ, ਕੁਛ ਹੋਇਆ ਹੀ ਨਹੀਂ, ਇਹ ਵਾਪਰਿਆ ਹੀ ਨਹੀਂ। ਵੇਖੋ ਅਸੀਂ ਇਤਿਹਾਸ ਨੂੰ ਝੁਠਲਾਉਣ ਲੱਗ ਪਏ। ਸਾਡੇ ਕੋਲ ਇੰਨਾ ਗਿਆਨ ਆ ਗਿਆ ਵੀ ਇੰਨੇ ਵੱਡੇ ਗਿਆਨੀ ਬਣ ਗਏ ਅਸੀਂ ਵੀ ਅਸੀਂ ਇਤਿਹਾਸ ਨੂੰ ਝੁਠਲਾਉਣ ਲੱਗ ਪਏ ਵੀ ਨਹੀਂ ਇਹ ਨਹੀਂ ਹੋ ਸਕਦਾ, ਇਹ ਵਾਪਰ ਹੀ ਨਹੀਂ ਸਕਦਾ। ਇਹਦਾ ਭਾਵ ਇਹ ਹੋਇਆ ਵੀ ਅਸੀਂ ਆਪਣੇ ਗੁਰੂ ਤੇ ਸ਼ੰਕਾ ਕਰਦੇ ਪਏ। ਅੱਜ ਵੀ ਵਾਪਰਦਾ ਜੇ, ਮਤ ਕਿਤੇ ਜਾਣੋ ਵੀ ਉਦੋਂ ਹੀ ਵਾਪਰਿਆ ਸੀ, ਅੱਜ ਨਹੀਂ ਵਾਪਰਦਾ। ਜਿਹੜੇ ਉਸ ਅਸਥਾਨ ਤੇ ਜਾਂਦੇ ਨੇ ਉਹਨਾਂ ਨੂੰ ਕਦੇ ਪੁੱਛ ਕੇ ਵੇਖਿਓ ਵੀ ਅੱਜ ਵੀ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਪਏ ਨੇ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਗੁਰੂ ਕਿਤੇ ਚਲਾ ਥੋੜਾ ਗਿਆ, ਇਹ ਤੇ ਨਹੀਂ ਵੀ ਗੁਰੂ ਕਿਤੇ ਚਲਾ ਗਿਆ। ਉਹ ਤੇ ਹਰ ਜਗ੍ਹਾ ਤੇ ਵਰਤਦਾ ਪਿਆ, ਹਰ ਸਮੇਂ ਵਰਤਦਾ ਪਿਆ। ਉਹਦੇ ਕੋਲ ਵਰਤਣ ਦਾ ਸਮਾਂ ਕੋਈ ਸੀਮਤ ਥੋੜਾ ਵੀ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਵਰਤਦਾ। ਬਸ ਕਮੀ ਕਿੱਥੇ ਹੈ? ਕਮੀ ਹੈ ਸਾਡੇ ਪਿਆਰ ਵਿੱਚ, ਕਮੀ ਹੈ ਸਾਡੇ ਸਤਿਕਾਰ ਵਿੱਚ, ਕਮੀ ਹੈ ਸਾਡੀ ਸ਼ਰਧਾ ਵਿੱਚ, ਕਮੀ ਹੈ ਸਾਡੇ ਵਿਸ਼ਵਾਸ ਵਿੱਚ। ਤੁਸੀਂ ਸ਼ਰਧਾ ਨਾ ਆਖੋ, ਵਿਸ਼ਵਾਸ ਕਹਿ ਲਓ। ਲੋ ਨਹੀਂ, ਤੁਹਾਨੂੰ ਸ਼ਰਧਾ ਨਹੀਂ ਚੰਗੀ ਲੱਗਦੀ ਨਾ ਵੀ ਸ਼ਰਧਾ ਬਚਨ ਨਹੀਂ, ਤੁਸੀਂ ਵਿਸ਼ਵਾਸ ਹੀ ਕਹਿ ਲਓ। ਵਿਸ਼ਵਾਸ ਤੇ ਮੰਨੋਗੇ ਨਾ। ਇਹ ਤੇ ਸ਼ਬਦ ਪੜ੍ਹਦੇ ਹੋ ਨਾ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੈ ਮਨ ਪ੍ਰਗਟਾਇਆ। ਇਸ ਨੂੰ ਤੇ ਮੰਨਾਂਗੇ ਨਾ, ਇਸ ਗੱਲ ਤੇ ਯਕੀਨ ਕਰਾਂਗੇ ਕਿ ਨਹੀਂ, ਇੱਥੇ ਵੀ ਭਰੋਸਾ ਨਹੀਂ ਹੋਣਾ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪਣੀ ਮਰਜ਼ੀ ਦਾ ਮਨੁੱਖ ਲਿਆ। ਹੁਣ ਇਤਿਹਾਸ ਵਾਪਰਿਆ, ਸਾਖੀ ਵਾਪਰੀ ਹੈ, ਹੋਈ ਪ੍ਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਕੇਵਲ ਸੰਸਾਰ ਨੂੰ ਮਤ ਦੇਣ ਵਾਸਤੇ, ਸੂਝ ਦੇਣ ਵਾਸਤੇ। ਅਸੀਂ ਅੱਜ ਪਤਾ ਕੀ ਕਹਿੰਦੇ ਆ? ਅਸੀਂ ਕਹਿੰਦੇ ਉਹ ਛੜੀ ਕਿੱਥੇ ਹੈ? ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਾਲੀ ਵੀ ਅਸੀਂ ਵੀ ਜਾਈਏ, ਸਾਡੇ ਸਿਰ ਤੇ ਵੀ ਛੜੀ ਰੱਖ ਦੇਣ, ਮੈਨੂੰ ਪੜ੍ਹਨ ਦੀ ਲੋੜ ਹੀ ਨਹੀਂ। ਮੈਂ ਆਖਾਂ ਮੈਨੂੰ PhD ਦੀ ਮੱਤ ਦੇ ਦਿਓ, ਸਮਝ ਦੇ ਦਿਓ। ਵੇਖੋ ਮਨੁੱਖ ਦੀ ਬੁੱਧੀ ਕਿੱਥੇ ਤੱਕ ਗਿਰ ਗਈ। ਮੈਂ ਤੈਨੂੰ ਗਿਰ ਗਈ ਆਖਾਂਗਾ ਜਿਹਨੂੰ ਗੁਰੂ ਤੇ ਭਰੋਸਾ ਹੀ ਨਹੀਂ। ਜਾਤੇ ਹੁਣੇ ਆਪਾਂ ਸ਼ਬਦ ਪੜ੍ਹਿਆ, ਜਾਂ ਤੇ ਫਿਰ ਇਸ ਸ਼ਬਦ ਨੂੰ ਵੀ ਮੰਨਣਾ ਬੰਦ ਕਰ ਦਿਓ, ਤੇ ਜਾਂ ਫਿਰ ਸਾਖੀਆਂ ਤੇ ਗੁਰ ਇਤਿਹਾਸ ਤੇ ਕਿੰਤੂ ਕਰਨਾ ਬੰਦ ਕਰ ਦਿਓ। ਸ਼ਰਾਰਤੀ ਮੱਤ ਵਾਲਾ ਨਗਰ ਦੇ ਵਿੱਚੋਂ ਛੱਜੂ ਝੂਰ ਨੂੰ ਫੜ ਲਿਆ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਲਿਆਂਦਾ। ਇੱਕ ਵਿਦਵਾਨ ਕਹਿੰਦਾ ਉਹ ਤੇ ਪੜ੍ਹਿਆ ਹੋਇਆ ਸੀ ਪਹਿਲਾਂ ਹੀ, ਉਹ ਤੇ ਇੱਕ ਵਿਦਵਾਨ ਪਰਿਵਾਰ ਦੇ ਵਿੱਚੋਂ ਸੀ, ਉਹਨੂੰ ਤੇ ਸਮਝ ਸੀ, ਉਹਨੂੰ ਤੇ ਸੂਝ ਸੀ। ਉਹਦੇ ਵਡੇਰਿਆਂ ਨੇ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਸੀ। ਤੁਹਾਨੂੰ ਸੁਣ ਕੇ ਅਟਪਟੀ ਨਹੀਂ ਲੱਗਦੀ ਗੱਲ? ਕਈ ਵਾਰੀ ਤੁਸੀਂ ਵੀ ਸੁਣੀ ਹੋਵੇਗੀ, ਮੈਂ ਵੀ ਸੁਣੀ। ਹੈਰਾਨੀ ਤੇ ਮੈਨੂੰ ਵੀ ਬੜੀ ਹੁੰਦੀ ਇਸ ਗੱਲ ਤੇ ਵੀ ਅਸੀਂ ਤੁਰ ਕਿੱਧਰ ਨੂੰ ਪਏ ਹਾਂ, ਅਸੀਂ ਇਹੋ ਜਿਹੇ ਕਰਮ ਕਿਉਂ ਕਰਦੇ ਪਏ ਹਾਂ। ਔਰ ਮੈਂ ਇਹ ਵੀ ਸਮਝਦਾ ਵੀ ਇਹਨਾਂ ਲੋਕਾਂ ਦਾ ਕੋਈ ਕਸੂਰ ਵੀ ਨਹੀਂ। ਜੇ ਆਖੀਏ ਨਾ ਵੀ ਇਹਨਾਂ ਦਾ ਦੋਸ਼ ਹੈ, ਇਹ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੀ ਜਿੰਨੀ ਮੱਤ ਮਾਲਕ ਨੇ ਦਿੱਤੀ ਹੈ ਨਾ, ਸਮਝ ਦਿੱਤੀ ਹੈ, ਉਹ ਆਪੋ ਆਪਣੀ ਸਮਝ ਅਨੁਸਾਰ। ਇਹ ਗੱਲ ਹੋਰ, ਸੱਚ ਓਨਾ ਚਿਰ ਪ੍ਰਗਟ ਨਹੀਂ ਹੁੰਦਾ ਜਿੰਨਾ ਚਿਰ ਮੁਕਾਬਲੇ ਤੇ ਝੂਠ ਨਾ ਖਲੋਵੇ।
ਹੁਣ ਕਿਸੇ ਚੀਜ਼ ਦੀ ਵਿਰੋਧਤਾ ਹੋਏਗੀ ਤੇ ਜਿੰਨੀ ਵਿਰੋਧਤਾ ਹੋਏਗੀ ਉਨੀ ਜ਼ਿਆਦਾ ਉਜਾਗਰ ਹੋਏਗੀ। ਪੱਕੀ ਹੈ ਨਾ। ਜੇ ਵਿਰੋਧੀ ਧਿਰ ਨਾ ਹੋਵੇ, ਜੇ ਵਿਰੋਧੀ ਧਿਰ ਜੇ ਵਿਰੋਧਤਾ ਵਾਲਾ ਹੋਵੇ ਹੀ ਨਾ ਤੇ ਫਿਰ ਸੱਚ ਪ੍ਰਗਟ ਕਿਵੇਂ ਹੋਏਗਾ। ਜੇ ਪਾਪੀ ਨਾ ਹੁੰਦਾ ਤੇ ਫਿਰ ਪਤਿਤ ਪਾਵਨ ਦੀ ਲੋੜ ਹੀ ਕੋਈ ਨਹੀਂ ਸੀ। ਮੈਂ ਨਹੀਂ ਕਹਿੰਦਾ, ਭਗਤ ਨਾਮ ਜੀ ਕਹਿੰਦੇ ਨੇ, ਕਹਿੰਦੇ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਤੋ ਪਤਿਤ ਪਾਵਨ ਨਾਮ ਤੇਰੋ ਕੈਸੋ ਹੁੰਦਾ। ਜੇ ਅਸੀਂ ਪਾਪ ਨਾ ਕਰਦੇ ਹੁੰਦੇ ਤੇ ਤੈਨੂੰ ਕਿਸੇ ਨੇ ਪਤਿਤ ਪਾਵਨ ਕਹਿਣਾ ਹੀ ਨਹੀਂ ਸੀ। ਇਹਨਾਂ ਗੱਲਾਂ ਤੋਂ, ਇਹਨਾਂ ਵਿਚਾਰਾਂ ਤੋਂ, ਇਹ ਗੁਰਬਾਣੀ ਦੀਆਂ ਪੰਕਤੀਆਂ ਤੋਂ ਸਾਨੂੰ ਇੱਕ ਗੱਲ ਦੀ ਸੇਧ ਹੋਣੀ ਜਾਣੀ ਚਾਹੀਦੀ ਹੈ ਵੀ ਗੁਰੂ ਸਮਰੱਥ ਹੈ, ਗੁਰੂ ਕੋਲ ਪਾਵਰ ਹੈ, ਗੁਰੂ ਕੋਲ ਤਾਕਤ ਹੈ, ਗੁਰੂ ਕੁਛ ਵੀ ਕਰ ਸਕਦਾ, ਕੁਛ ਵੀ। ਉਹ ਪਲਾਂ ਵਿੱਚ, ਸਕਿੰਟਾਂ ਵਿੱਚ ਸ੍ਰਿਸ਼ਟੀ ਨੂੰ ਸਾਜਣ ਦੀ ਸਮਰੱਥਾ ਰੱਖਦਾ। ਉਹ ਪਲਾਂ ਸਕਿੰਟਾਂ ਵਿੱਚ ਸ੍ਰਿਸ਼ਟੀ ਨੂੰ ਸਮੇਟਣ ਦੀ ਵੀ ਸਮਰੱਥਾ ਰੱਖਦਾ। ਪੜ੍ਹਿਆ ਅਸੀਂ ਰੋਜ਼ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਸ੍ਰਿਸ਼ਟੀ ਨੂੰ ਸਾਜਿਆ ਵੀ ਤੂੰ ਤੇ ਇਸ ਨੂੰ ਸਮੇਟਣ ਵਾਲਾ ਵੀ ਤੂੰ ਹੈ। ਨਾ ਤੂੰ ਇਹਨੂੰ ਸਾਜਣ ਲੱਗਿਆਂ ਦੇਰ ਲਾਉਂਦਾ ਏ, ਨਾ ਤੂੰ ਇਹਨੂੰ ਸਮੇਟਣ ਲੱਗਿਆਂ ਦੇਰ ਲਾਉਂਦਾ ਹੈ। ਸਾਜਦਾ ਵੀ ਪਲਾਂ ਵਿੱਚ ਹੈ, ਸਕਿੰਟਾਂ ਵਿੱਚ ਹੈ। ਜਦੋਂ ਕਿਤੇ ਸਮੇਟਣ ਤੇ ਆ ਜਾਂਦਾ ਏ, ਸੁਣਦੇ ਆ ਨਾ ਅਸੀਂ, ਇੱਕ ਵਾਰੀ ਸੁਨਾਮੀ ਬਾਰੇ ਸੁਣਿਆ ਸੀ ਨਾ, ਇੰਡੋਨੇਸ਼ੀਆ ਦੇ ਵਿੱਚ। ਹੁਣ ਵੀ ਸੁਣਦੇ ਪਏ, ਕਿਤੇ ਭੂਚਾਲ ਆ ਗਿਆ, ਕਿਤੇ ਹੜ੍ਹ ਆ ਗਿਆ। ਇੱਕ ਇੱਕ ਸਕਿੰਟ ਵਿੱਚ ਇਹ ਕਿਹਦੀ ਤਾਕਤ ਹੈ, ਇਹ ਕਿਹਦੀ ਸਮਰੱਥਾ ਹੈ, ਇਹ ਕਿਹਦੀ ਪਾਵਰ ਹੈ। ਉਦੋਂ ਫਿਰ ਚੇਤੇ ਆਉਂਦਾ, ਉਦੋਂ ਫਿਰ ਉਹ ਰਾਮ ਚੇਤੇ ਨਹੀਂ ਆਉਂਦਾ ਜਿਹੜਾ ਸਰੀਰ ਵਿੱਚ ਸੀ। ਫਿਰ ਉਦੋਂ ਰਾਮ ਉਹ ਚੇਤੇ ਆਉਂਦਾ ਜਿਹੜਾ ਰਮਿਆ ਹੋਇਆ, ਜਿਹੜਾ ਕਣ ਕਣ ਦੇ ਵਿੱਚ ਵਸਿਆ ਹੋਇਆ, ਜਿਹੜਾ ਹਰ ਸਰੀਰ ਵਿੱਚ, ਹਰ ਜਗ੍ਹਾ 'ਤੇ ਵਸਿਆ ਹੋਇਆ। ਬੇਨਤੀ ਕਰ ਰਿਹਾ ਸੀ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਲਾਲ ਚੰਦ ਨੇ ਛੱਜੂ ਝੂਰ ਲਿਆ ਕੇ ਖੜਾ ਕਰਤਾ ਹੈ। ਲਓ ਸੱਚੇ ਪਾਤਸ਼ਾਹ, ਇਹਦੇ ਤੋਂ ਅਰਥ ਕਰਾ ਦਿਓ। ਸਤਿਗੁਰੂ ਕਹਿੰਦੇ ਕੋਈ ਨਹੀਂ ਭਾਈ, ਕਰਾ ਦਿੰਦੇ ਆ। ਇੱਕ ਬਚਨ ਹੋਰ ਪੜ੍ਹ ਲਈਏ। ਪਿੰਗਲ ਪਰਬਤ ਪਾਰ ਪਰੇ ਖਲ ਛਤਰ ਕੀਤਾ, ਅੰਧਲੇ ਤ੍ਰਿਪਣ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਗੁਰੂ ਕੋਲ ਤਾਕਤ ਹੈ, ਗੁਰੂ ਕੋਲ ਸਮਰਥ ਹੈ। ਗੁਰੂ ਪਿੰਗਲੇ ਨੂੰ ਪਹਾੜ ਤੇ ਚੜਾ ਦਿੰਦਾ ਹੈ। ਫਿਰ ਕਹਿੰਦੇ ਜੀ ਨਹੀਂ, ਮਨ ਦਾ ਪਿੰਗਲਾ, ਭਾਵੇਂ ਮਨ ਦਾ ਪਿੰਗਲਾ ਤੇ ਭਾਵੇਂ ਸਰੀਰ ਦਾ ਪਿੰਗਲਾ। ਗੁਰੂ ਮਨ ਦੇ ਪਿੰਗਲੇ ਨੂੰ ਵੀ ਠੀਕ ਕਰ ਦਿੰਦਾ, ਗੁਰੂ ਸਰੀਰ ਦੇ ਪਿੰਗਲੇ ਨੂੰ ਵੀ ਠੀਕ ਕਰ ਦਿੰਦਾ। ਗੁਰੂ ਕੋਲ ਸਮਰੱਥਾ ਹੈ, ਗੁਰੂ ਕੋਲ ਤਾਕਤ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੀ ਡਿਊਟੀ ਲਾਈ। ਕਹਿੰਦੇ ਭਾਈ ਇਹਨੂੰ ਇਸ਼ਨਾਨ ਕਰਾਓ, ਇਹਨੂੰ ਅੰਦਰੋਂ ਸੋਧਣਾ। ਪਹਿਲਾਂ ਇਹਦਾ ਬਾਹਰ ਸੋਧਣਾ ਜ਼ਰੂਰੀ ਹੈ, ਇਹਦਾ ਸਰੀਰ ਸੋਧਣਾ ਜ਼ਰੂਰੀ ਹੈ। ਉਹਦਾ ਸਰੀਰ ਸੋਧਿਆ, ਉਹਨੂੰ ਇਸ਼ਨਾਨ ਕਰਾਇਆ ਚੰਗੀ ਤਰ੍ਹਾਂ, ਸੋਹਣੇ ਵਸਤਰ ਪਹਿਨਾਏ ਨੇ, ਉਹਦੇ ਸੀਸ 'ਤੇ ਦਸਤਾਰ ਬੰਨੀ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਲਿਆ ਕੇ ਬਿਠਾ ਦਿੱਤਾ ਹੈ। ਭੱਟ ਸਾਹਿਬਾਨ ਇੱਕ ਬੜਾ ਸੁੰਦਰ ਬਚਨ ਕਹਿੰਦੇ ਨੇ। ਉਹ ਕਹਿੰਦੇ ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਤੇ ਗੁਰੂ ਜਿਹਦੇ ਤੇ ਦ੍ਰਿਸ਼ਟੀ ਪਾ ਦੇਵੇ ਨਾ, ਗੁਰੂ ਜਿਹਦੇ ਤੇ ਨਿਗਾਹ ਪਾ ਦੇਵੇ ਆਪਣੀ, ਉਹਦੇ ਵਿਕਾਰਾਂ ਨੂੰ ਨਾਸ਼ ਕਰਕੇ ਰੱਖ ਦਿੰਦਾ, ਉਹਦੇ ਪਾਪਾਂ ਨੂੰ ਨਾਸ਼ ਕਰਕੇ ਰੱਖ ਦਿੰਦਾ, ਉਹਦੇ ਕੁਕਰਮਾਂ ਨੂੰ ਨਾਸ਼ ਕਰਕੇ ਰੱਖ ਦਿੰਦਾ। ਹੁਣ ਕੁਛ ਕੀਤੇ ਹੋਏ ਕਰਮਾਂ ਕਾਰਨ ਹੀ ਉਹਨੂੰ ਇਹੋ ਜਿਹਾ ਜੀਵਨ ਮਿਲਿਆ ਹੋਇਆ ਸੀ। ਇੱਕ ਸ਼ਬਦ ਹੋਰ ਪੜ੍ਹਦੇ ਆ।
रोज़ पढ़ते, भाई साहब पढ़ते जो हुक्मनामा लेंदे है ना, तकरीबन तकरीबन गुरबाणी प्रेमियों को चेते जे होवै सिफत खसामंदी नूर अरसों कुरसों चट्टी है तुद डिठे सच्चे पातशाह मल जन्म जन्म दी कट्टीए। मालक जी तेरे दर्शन कीतियां जन्मां जन्मांतरां दी मैल लै जाती। एक जगह ते सतगुरु ये भी कहते भी इस मन को जन्म जन्म की मल लग गई। ਹੁਣ फिर कल ਅਸੀਂ अगे भी आखांगे भी गुरु कोल ते ताकत ही कोई नहीं, ऐनी पुरानी मैल ला कौन सकता। गुरु कोल समर्थ है, गुरु कोल ताकत है। सतगुरु गुरु हरकृष्ण साहब महाराज सच्चे पातशाह जी के सन्मुख गुरसिखा ने लिया के इशनान पान करा के तैयारी करा के बिठाता है। गुरु की निगाह पई, सतगुरु जी की दृष्टि पई, गुरु ने कृपा दी बख्शिश दी रहमत दी। एक लकड़ की छड़ी नहीं हो, मैं नाल ये भी अर्ज कर दिया, गुरु ने कोई सोटी नहीं सी सतगुरु गुरु हरकृष्ण साहब महाराज सच्चे पातशाह कोल जिहड़ी उन्होंने उसके सीस ते रखती ते आख्या बोल। कैसी छड़ी केड़ी सी बख्शिश दी, छड़ी केड़ी सी रहमत दी, छड़ी केड़ी सी कृपा दी। कृपा की छड़ी सतगुरु पातशाह जी ने रखी तो सतगुरु पातशाह कहते पंडित जी श्लोक पढ़ो। किस श्लोक के अर्थ पूछना चाहते हो? इतिहासकार कहते पंडित जी ने श्लोक पढ़िया तो उस छज्जू झूर ने पंडित जी ने तो श्लोक बड़े मान नाल पढ़िया। भी सतगुरु जी ने तो पूछया ही नहीं भी ये बोलता भी है, सतगुरु जी ने पूछया ही नहीं भी ये सुनता भी है। हुण सतगुरु जी को पता ही नहीं भी ना तो इनू बोलना आउंदा है ना इनू सुनता है। सतगुरु मैनू कहंदे ने श्लोक पढ़, क्यों ना होवे मैं श्लोक ही पढ़न दसा ना ही तो मैं श्लोक पढ़ना इनू सुनना नहीं। जदों इनू सुनना नहीं इन्हें बोलना की है। उन्हें श्लोक पढ़िया तो छज्जू ने जदों उहदे अर्थ किए ना, पहली गल तो पंडित का घबरा जाना सुभावक सी। एक गूंगा बोलन लग पिया, एक बोला सुनन लग पिया। इत्थे तक ही सीमित नहीं रहा, वो एडी वड्डी समझ वाला हो गया, एडे वड्डे ज्ञान वाला हो गया कि बड़ी हैरानगी। हुण घबराहट सुभावक सी। सतगुरु कहंदे पढ़ो पंडित जी अगे। हुण पंडित जी तो दूजा श्लोक ना पढ़िया ना गया, घबरा के ना अपनी पंक्ति भुल गया भी मैं पढ़ना की है। जदों पंक्ति अगे पिछे पढ़ती तो छज्जू झूर कहंदा वे पंडित जी जे तुहाडा उचारण सही होएगा अर्थ तां होणगे, तुहाडा उचारण ही सही नहीं हो। हथ जोड़ के सतगुरु जी के अगे खलो गया। सतगुरु भुलोगे, गुरु कोल समर्थ है, गुरु कोल ताकत है। अज दे पावन शब्द के अंदर भगत कबीर जी कहते ने, कबीर रामै राम कहो कहबे मह विवेक। राम राम आख तू वरजिया थोड़ा, राम कहण तो रोकिया नहीं हो किते भी, राम ना आख। पर एक गल ध्यान विच राम आखी भी राम उस रमे होए नूं कहीं जिहड़ा सारियां विच रमिया होया है। ध्यान तेरा उस विच होवे, आवाज उस नूं मारी। गुरबाणी विच पढ़दे हैं, मैं कल भी शायद अर्ज की सी, आदि काल तो परमेश्वर के नाम उहदे भगतां ने रखे ने। हुण अजामल दी जीवन की विचार पढ़ते हैं तो सतगुरु जी अमृतमई बाणी अंदर कहते ने, अजामल पापी जग जाने
ਸਾਰਾ ਸੰਸਾਰ ਜਾਣਦਾ ਵੀ ਇੱਕ ਅਜ਼ਾਮਲ ਪਾਪੀ ਹੋਇਆ, ਪਰ ਇੱਕ ਨਿਮਖ ਵਿੱਚ ਉਹ ਪਾਪੀ ਕਿਉਂ ਹੋਇਆ ਇੱਕ ਵੱਖਰਾ ਵਿਸ਼ਾ ਹੈ। ਉਹਦੇ ਸਰੀਰ ਨੂੰ ਰੋਗ ਕਿਉਂ ਹੋਇਆ ਇੱਕ ਵੱਖਰਾ ਵਿਸ਼ਾ, ਪਰ ਉਹਦਾ ਰੋਗ ਖਤਮ ਕਿਵੇਂ ਹੋਇਆ। ਜੀਵਨ ਵਾਲਿਆਂ ਨੇ ਉਹਨੂੰ ਹਦਾਇਤ ਕੀਤੀ ਵੀ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਦੇ, ਤੇ ਜੀਵਨ ਵਾਲਿਆਂ ਦਾ ਹੁਕਮ ਮੰਨ ਕੇ ਉਹਨੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਤਾ। ਆਵਾਜ਼ਾਂ ਤੇ ਰੋਜ਼ ਹੀ ਮਾਰਦਾ ਸੀ, ਅੱਗੇ ਵੀ ਮਾਰਦਾ ਸੀ, ਪਹਿਲਾਂ ਵੀ ਪੁਕਾਰਦਾ ਹੁੰਦਾ ਸੀ ਆਪਣੇ ਪੁੱਤਰ ਨੂੰ, ਪਰ ਪਹਿਲਾਂ ਇਹ ਸਮਝ ਕੇ ਪੁਕਾਰਦਾ ਹੁੰਦਾ ਸੀ, ਇਹ ਸਮਝ ਕੇ ਕਹਿੰਦਾ ਹੁੰਦਾ ਸੀ ਵੀ ਮੇਰਾ ਪੁੱਤਰ ਹੈ। ਪਰ ਅੱਜ ਜਦੋਂ ਕਿਤੇ ਅੰਤਲਾ ਸਮਾਂ ਬਣਿਆ ਨਾ, ਅੱਜ ਜਦੋਂ ਆਵਾਜ਼ ਨਿਕਲੀ ਹਿਰਦੇ ਤੋਂ ਤੇ ਨਿਕਲੀ ਪੁੱਤਰ ਵਾਸਤੇ ਆਵਾਜ਼ ਨਹੀਂ ਨਿਕਲੀ, ਅੱਜ ਦੀ ਆਵਾਜ਼ ਜਿਹੜੀ ਹੈ ਉਸ ਮਾਲਕ ਵਾਸਤੇ ਨਿਕਲੀ ਹੈ। ਅੱਜ ਨਾਰਾਇਣ ਪੁੱਤਰ ਨੂੰ ਨਹੀਂ ਆਖਿਆ। ਹੁਣ ਮਨੁੱਖਾਂ ਦੇ ਨਾਂ ਨੇ, ਕਈਆਂ ਨੇ ਐਸੇ ਨਾਂ ਰੱਖੇ ਨੇ ਜਿਹੜੇ ਨਾਂ ਗੁਰਬਾਣੀ ਵਿੱਚ ਭਗਤਾਂ ਦੇ ਆਉਂਦੇ ਨੇ, ਗੁਰੂਆਂ ਦੇ ਆਉਂਦੇ ਨੇ, ਪਰਮੇਸ਼ਰ ਦੇ ਨਾਂ ਆਉਂਦੇ ਨੇ। ਜਿਵੇਂ ਮੰਨ ਲਓ ਵੀ ਕਿਸੇ ਦਾ ਨਾਂ ਪਰਮੇਸ਼ਰ ਸਿੰਘ ਹੀ ਹੈ, ਕਿਸੇ ਦਾ ਨਾਂ ਰਾਮ ਸਿੰਘ ਹੀ ਹੈ। ਇਹਦਾ ਭਾਵ ਇਹ ਥੋੜ੍ਹਾ ਵੀ ਆਪਾਂ ਰਾਮ ਸਿੰਘ ਨੂੰ ਆਵਾਜ਼ਾਂ ਮਾਰਦੇ ਹਾਂ ਤੇ ਸਿਮਰਨ ਹੋ ਗਿਆ। ਰਾਮ ਕਹਿਣ ਦੇ ਵਿੱਚ ਵਿਚਾਰ ਹੈ, ਰਾਮ ਕਹਿਣ ਵਿੱਚ ਵਿਵੇਕ ਹੈ। ਭਗਤ ਜੀ ਕਹਿੰਦੇ ਪਏ ਨੇ ਕਬੀਰ ਰਾਮੈ ਰਾਮ ਕਹੋ ਕਹਿ ਵੀ ਮਹਿ, ਵਿਵੇਕ ਕਹਿਣ ਵਿੱਚ ਇੱਕ ਫਰਕ ਹੈ। ਏਕ ਅਨੇਕੇ ਮਿਲ ਗਏ, ਏਕ ਸਮਾਨਾ ਏਕ, ਇੱਕ ਰਾਮ ਹੈ ਜਿਹੜਾ ਸਾਰਿਆਂ ਵਿੱਚ ਹੈ, ਇੱਕ ਜਿਹੜਾ ਇੱਕੋ ਆਪਣੇ ਆਪ ਵਿੱਚ ਹੀ ਸਮਾਇਆ ਹੋਇਆ। ਬਸ ਇੱਕ ਕੇਵਲ ਸਰੀਰ ਵਿੱਚ ਹੈ, ਆਪਣੇ ਹੀ ਸਰੀਰ ਵਿੱਚ ਹੈ। ਇੱਕ ਰਾਮ ਜਿਹੜਾ ਉਹ ਸਾਰਿਆਂ ਸਰੀਰਾਂ ਦੇ ਵਿੱਚ ਸਮਾਇਆ ਹੋਇਆ, ਸਾਰਿਆਂ ਸਰੀਰਾਂ ਦੇ ਵਿੱਚ ਵਸਦਾ ਪਿਆ। ਅੱਗੇ ਭਗਤ ਜੀ ਕਿਰਪਾ ਕਰਦੇ ਪਏ ਨੇ, ਕਬੀਰ ਜਾ ਕਰ ਸਾਧ ਨ ਸੇਵੀਐ, ਹਰ ਕੀ ਸੇਵਾ ਨਾਹੇ। ਇੱਥੇ ਘਰ ਦੇ ਦੋ ਅਰਥ ਕਰਾਂਗੇ। ਇੱਕ ਘਰ ਦੇ ਅਰਥ ਕਰਾਂਗੇ ਸੰਸਾਰ ਵਾਲਾ ਘਰ, ਇੱਕ ਘਰ ਦੇ ਅਰਥ ਕਰਾਂਗੇ ਹਿਰਦਾ ਰੂਪੀ ਘਰ। ਵੈਸੇ ਭਗਤ ਜੀ ਨੇ ਇੱਥੇ ਸੰਸਾਰ ਵਾਲੇ ਘਰ ਦੀ ਹੀ ਪਹਿਲਾਂ ਗੱਲ ਕੀਤੀ ਹੈ। ਮਾਲਕ ਨੇ ਸਾਨੂੰ ਘਰ ਦਿੱਤਾ ਹੈ, ਅਸੀਂ ਘਰ ਬਣਾਇਆ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੀ ਕਹਿੰਦੇ ਪਏ ਨੇ ਵੀ ਅਸੀਂ ਆਪਣੇ ਘਰ ਦੇ ਵਿੱਚ ਵਸਦੇ ਹਾਂ, ਆਪਣੇ ਘਰ ਵਿੱਚ ਰਹਿੰਦੇ ਹਾਂ, ਪਰ ਘਰ ਵਿੱਚ ਰਹਿੰਦਿਆਂ ਰਹਿੰਦਿਆਂ ਹਿਰਦੇ ਅੰਦਰ ਮਾਲਕ ਦੀ ਯਾਦ ਅਤੀ ਅਤ ਜ਼ਰੂਰੀ ਹੈ। ਜਿਨ੍ਹਾਂ ਘਰਾਂ ਦੇ ਵਿੱਚ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਜਾਂਦਾ, ਜਿਨ੍ਹਾਂ ਘਰਾਂ ਦੇ ਵਿੱਚ ਭਲੇ ਪੁਰਸ਼ਾਂ ਦੀ, ਇੱਥੇ ਸਾਧ ਸ਼ਬਦ ਦੇ ਅਰਥ ਕਰਾਂਗੇ ਭਲੇ ਪੁਰਸ਼, ਸੇਵਾ ਨਹੀਂ ਹੁੰਦੀ। ਬ੍ਰਹਮਣ ਨੇ ਨਾ ਇੱਕ ਭਰਮ ਪਾ ਛੱਡਿਆ ਲੋਕਾਂ ਨੂੰ, ਦਿਨਾਂ ਤੇ ਤਿਉਹਾਰਾਂ ਤੇ ਲੋਕਾਂ ਨੂੰ ਠਾਕੁਰ ਪੂਜਨ ਦੀ ਹਦਾਇਤ ਕੀਤੀ ਹੋਈ ਸੀ। ਅੱਜ ਵੀ ਪੂਜਦੇ ਨੇ, ਘਰਾਂ ਦੇ ਵਿੱਚ ਵੀ, ਆਪਣੇ ਘਰਾਂ ਵਿੱਚ ਮੂਰਤੀ ਪੂਜਾ ਆਦਿਕ। ਸ਼ਾਇਦ ਅਸੀਂ ਵੀ ਉਸ ਗਿਣਤੀ ਵਿੱਚ ਹੋਈਏ, ਕੁਛ ਕੁ, ਸਾਰੇ ਨਹੀਂ ਆਖਾਂਗਾ ਮੈਂ। ਐਸੇ ਐਸੇ ਕਰਮ ਅਸੀਂ ਕਰਦੇ ਹਾਂ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈ। ਵਸਤਰ ਸੀ ਸਰੀਰ ਦੀ ਲੋੜ, ਭੋਜਨ ਸੀ
ਸਰੀਰ ਦੀ ਲੋੜ, ਘਰ ਸੀ ਸਰੀਰ ਦੀ ਲੋੜ, ਹੁਣ ਘਰ ਇੰਨਾ ਕੀ ਚਾਹੀਦਾ। ਅਸੀਂ ਘਰ ਬਣਾਇਆ ਤੇ ਸਤਿਗੁਰੂ ਕਹਿੰਦੇ ਜਿਹੇ ਪ੍ਰਸਾਦ ਵਸੈ ਸੁਖ ਮੰਦਰ। ਜਿਸ ਘਰ ਦੇ ਵਿੱਚ ਸੁੱਖ ਦੇ ਨਾਲ, ਜਿਸ ਘਰ ਵਿੱਚ ਆਨੰਦ ਦੇ ਨਾਲ ਵਸਦਾ, ਉਸ ਘਰ ਵਿੱਚ ਕਦੇ ਪਰਮੇਸ਼ਰ ਨੂੰ ਚੇਤੇ ਕੀਤਾ? ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੁਬਾਰੇ। ਜਿਸ ਘਰ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਏ, ਜਿਸ ਘਰ ਵਿੱਚ ਪਰਮੇਸ਼ਰ ਦੀ ਬੰਦਗੀ ਕੀਤੀ ਜਾਂਦੀ ਹੈ, ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਚਾਰਕ ਤੌਰ ਤੇ ਨੇ। ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਇੱਕ ਨਗਰ ਹੈ ਖਾਨਪੁਰ। ਇਹ ਨਗਰ ਚੋਹਲਾ ਸਾਹਿਬ ਦੇ ਇਰਦ ਗਿਰਦ ਪੈਂਦਾ ਹੈ। ਕੁਛ ਗੁਰਸਿੱਖ ਸੀ ਨਾ, ਭਾਈ ਬਿਧੀ ਚੰਦ ਆਦਿਕ। ਸਮਾਂ ਸੰਧਿਆ ਦਾ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ। ਆਹ ਸਾਹਮਣੇ ਬੜਾ ਸੁਹਾਵਣਾ ਨਗਰ ਹੈ, ਬੜਾ ਸੋਹਣਾ ਨਗਰ ਹੈ। ਬੜੇ ਉੱਚੇ ਉੱਚੇ ਚੁਬਾਰੇ ਨਗਰ ਦੇ ਵਿੱਚ ਦਿਖਾਈ ਦਿੰਦੇ ਪਏ ਨੇ। ਗੁਰੂ ਕੇ ਪਿਆਰੇ ਨੇ ਆਖਿਆ, ਸਤਿਗੁਰੂ ਸੱਚੇ ਪਾਤਸ਼ਾਹ ਵੀ ਸੰਧਿਆ ਦਾ ਸਮਾਂ ਹੋ ਚੱਲਿਆ ਤੇ ਉਹ ਸਾਹਮਣੇ ਨਗਰ ਆਉਂਦਾ ਪਿਆ, ਉਸ ਨਗਰ ਦੇ ਵਿੱਚ ਆਪਾਂ ਚੱਲੀਏ ਤੇ ਰਾਤਰੀ ਦਾ ਸਮਾਂ ਉਸ ਨਗਰ ਦੇ ਵਿੱਚ ਕੱਟੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਕੋਈ ਗੱਲ ਨਹੀਂ, ਇੱਥੇ ਇਰਦ ਗਿਰਦ ਨੇੜੇ ਤੇੜੇ ਕਿਤੇ ਦੇਖਦੇ ਹਾਂ, ਆਪਣਾ ਠਹਿਰਨ ਵਾਸਤੇ ਪ੍ਰਬੰਧ ਕਰਦੇ ਹਾਂ। ਸਤਿਗੁਰੂ ਨੇੜੇ ਤੇੜੇ ਕੁਛ ਨਜ਼ਰ ਤੇ ਆਉਂਦਾ ਨਹੀਂ ਪਿਆ ਵੀ ਜੇ ਤੁਸੀਂ ਹੁਕਮ ਕਰੋ ਤੇ ਅਸੀਂ ਇਸ ਨਗਰ 'ਚ ਪਤਾ ਕਰ ਆਈਏ ਵੀ ਕੋਈ ਰਹਿਣ ਵਾਸਤੇ ਆਪਾਂ ਨੂੰ ਜਗ੍ਹਾ ਦਿੰਦਾ, ਥਾਂ ਦਿੰਦਾ। ਸਤਿਗੁਰੂ ਕਹਿੰਦੇ ਚੰਗਾ ਭਾਈ, ਜਾਓ ਕਰੋ ਪਤਾ। ਜਦੋਂ ਉਸ ਨਗਰ ਵਿੱਚ ਗਏ ਨਾ ਤੇ ਨਗਰ ਵਾਸੀਆਂ ਨੂੰ ਜਾ ਕੇ ਬੇਨਤੀ ਕੀਤੀ ਵੀ ਨਗਰ ਵਾਸੀਓ, ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਨੇ ਤੇ ਅਸੀਂ ਰਾਤਰੀ ਸਮਾਂ ਠਹਿਰਨਾ। ਇੱਕ ਸਮਾਂ ਹੁੰਦਾ ਸੀ ਨਗਰਾਂ ਦੇ ਵਿੱਚ ਨਾ ਧਰਮਸ਼ਾਲਾ ਬਣਵਾਈਆਂ ਜਾਂਦੀਆਂ ਸੀ। ਉਹ ਧਰਮਸ਼ਾਲਾ ਦਾ ਭਾਵ ਪਤਾ ਕੀ ਹੁੰਦਾ ਸੀ ਵੀ ਕੋਈ ਵੀ ਯਾਤਰੂ ਰਾਤ ਨੂੰ ਕੋਈ ਭੁੱਲਾ ਭਟਕਿਆ, ਕਿਉਂਕਿ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ, ਅੱਜ ਵਰਗੇ ਸਾਧਨ ਨਹੀਂ ਸਨ, ਰਾਤਾਂ ਨੂੰ ਸਫ਼ਰ ਨਹੀਂ ਸੀ ਹੁੰਦੇ। ਦਿਨਾਂ ਵਿੱਚ ਸਫ਼ਰ ਕਰਨਾ ਤੇ ਜਿੱਥੇ ਕਿ ਸੰਧਿਆ ਹੋ ਜਾਣੀ, ਰਾਤ ਪੈ ਜਾਣੀ। ਹੁਣ ਸਾਰੇ ਪੁਰਾਣੇ ਬਜ਼ੁਰਗ ਬੈਠੇ ਨੇ, ਮੈਂਬਰ ਸਾਹਿਬਾਨ ਬੈਠੇ ਨੇ, ਸਾਨੂੰ ਇਸ ਗੱਲ ਦੀ ਭਲੀ ਪ੍ਰਕਾਰ ਜਾਣਕਾਰੀ ਹੈ ਵੀ ਨਗਰ ਦੇ ਵਿੱਚ ਕੋਈ ਵੀ ਰਾਤ ਨੂੰ ਆ ਜਾਣਾ ਤੇ ਕੋਈ ਜਵਾਬ ਨਹੀਂ ਸੀ ਦਿੰਦਾ ਹੁੰਦਾ ਛੇਤੀ ਛੇਤੀ। ਧਰਮਸਾਲ 'ਚ ਕੀ ਕਿਸੇ ਦੇ ਘਰ ਵਿੱਚ ਵੀ ਆ ਜਾਣਾ ਨਾ। ਅਸੀਂ 50 ਕੁ ਸਾਲ ਪਿੱਛੇ ਜਾਈਏ ਵੀ ਕਿਹੋ ਜਿਹਾ ਜੀਵਨ ਸੀ ਸਾਡਾ, ਕਿਹੋ ਜਿਹੀ ਵਿਚਾਰਧਾਰਾ ਸੀ ਸਾਡੀ, ਕਿਹੋ ਜਿਹੀ ਸੋਚ ਸੀ ਸਾਡੀ। ਅਸੀਂ ਕਿੰਨੇ ਤਬਦੀਲ ਹੋ ਚੁੱਕੇ ਹਾਂ, ਕਿੰਨੇ ਬਦਲ ਚੁੱਕੇ ਹਾਂ, ਕਿੰਨੇ ਗੁਰੂ ਤੋਂ ਮੈਂ ਕਹਾਂਗਾ ਅਸੀਂ ਕਹਿੰਦੇ ਨੇੜੇ ਆ ਗਏ, ਮੈਨੂੰ ਖਿਮਾ ਕਰਨਾ, ਅਸੀਂ ਕਿੰਨੇ ਦੂਰ ਜਾ ਚੁੱਕੇ ਹਾਂ, ਨੇੜੇ ਨਹੀਂ ਆਏ। ਧਰਮਸਾਲ ਦੇ ਵਿੱਚ ਤੇ ਕੋਈ ਆ ਜਾਣਾ ਉਹ ਤੇ ਨਗਰ ਦਾ ਠਹਿਰਾਉਣ ਦਾ ਫਰਜ਼ ਹੁੰਦਾ ਹੀ ਸੀ, ਪਰ ਜੇ ਕਿਸੇ ਦੇ ਗ੍ਰਹਿ ਵਿਖੇ ਵੀ ਕੋਈ ਆ ਜਾਣਾ ਨਾ ਹਨੇਰੇ 'ਚ ਤੇ ਕਿਸੇ ਨੇ ਆਖਣਾ ਮੈਂ ਰਾਤ ਠਹਿਰਨਾ ਤੇ ਲੰਗਰ ਪ੍ਰਸ਼ਾਦਾ ਛਕਣਾ ਤੇ ਉਹਨੂੰ ਲੰਗਰ ਪ੍ਰਸ਼ਾਦਾ ਵੀ ਛਕਾਉਣਾ ਤੇ ਉਹਨੂੰ ਠਹਿਰਾਓ ਵੀ ਦੇਣਾ ਵੀ ਰਾਤ ਨੂੰ ਇਹਨੂੰ ਠਹਿਰਾਓ ਦਿਆਂਗੇ। ਐਸੀ ਇੱਕ ਨਹੀਂ, ਇਤਿਹਾਸ ਵਿੱਚੋਂ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ, ਅਨੇਕਾਂ ਹੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਮੂਸਾ ਰੋਪੜੀ ਹੋਇਆ, ਆਪਣੇ ਆਪ ਨੂੰ ਪੀਰ ਕਹਿੰਦਾ ਸੀ। ਉਹਨੇ ਇੱਕ ਸਵਾਲ ਕੀਤਾ ਸੀ ਵੀ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਇੰਨੇ ਸੋਹਣੇ ਸੋਹਣੇ ਗ੍ਰਹਿ ਬਣਾ ਦਿੱਤੇ ਨੇ, ਇੰਨਾ ਅਨੰਦਪੁਰ ਸਾਹਿਬ ਵਥਾਤਾ ਤੇ ਬੰਦਗੀ ਵਾਲਿਆਂ ਨੂੰ ਤੇ ਇੰਨਾ ਪਸਾਰਾ ਕਰਨ ਦੀ ਲੋੜ ਹੀ ਕੋਈ ਨਹੀਂ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਸਮਝਾਉਂਦਿਆਂ ਹੋਏ ਆਖਿਆ ਸੀ, ਭਾਈ ਇਹ ਗ੍ਰਸਤੀਆਂ ਦੇ ਠਹਿਰਨ ਵਾਸਤੇ ਹੈ, ਇਹ ਨਿਵਾਸ ਗੁਰਮੁਖਾਂ ਦੇ ਠਹਿਰਨ ਵਾਸਤੇ ਨੇ। ਜਦੋਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਗੁਰਮੁਖ ਪਿਆਰੇ ਇਸ ਅਸਥਾਨ ਤੇ ਆਉਣਗੇ ਤੇ ਉਹਨਾਂ ਦੇ ਨਿਵਾਸ ਸਥਾਨ ਨੇ, ਇੱਥੇ ਠਹਿਰਨ ਕਰਨਗੇ। ਮੇਰੇ ਘਰ ਕੋਈ ਇੱਕ ਭਾਵਨਾ ਹੁੰਦੀ ਸੀ, ਭਾਵੇਂ ਤੁਸੀਂ ਉਸ ਨੂੰ ਸੰਸਕ੍ਰਿਤੀ 'ਚ ਕਹਿ ਲਓ ਤੇ ਭਾਵੇਂ ਪੰਜਾਬੀ 'ਚ ਕਹਿ ਲਓ, ਉਸ ਨੂੰ ਕਹਿੰਦੇ ਹੁੰਦੇ ਸੀ ਅਤਿਥੀ ਦੇਵ ਭਾਵ। ਪ੍ਰਾਹੁਣੇ ਨੂੰ ਦੇਵਤੇ ਜਿੰਨਾ ਸਤਿਕਾਰ ਦਿੱਤਾ ਜਾਂਦਾ ਸੀ, ਘਰ ਆਏ ਨੂੰ ਵੱਡਾ ਸਤਿਕਾਰ ਦਿੱਤਾ ਜਾਂਦਾ ਸੀ ਵੀ ਮੇਰੇ ਘਰ ਕੋਈ ਭਲਾ ਪੁਰਸ਼ ਆਇਆ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਉਹਨਾਂ ਦੇ ਜੀਵਨ ਵਿੱਚੋਂ ਵੀ ਇੱਕ ਸਾਖੀ ਮਿਲਦੀ ਆ ਉਸ ਗੁਰਮੁਖ ਪਿਆਰੇ ਦੀ, ਜਿਹੜਾ ਆਪਣੇ ਘਰ ਵਿੱਚ ਹਰੇਕ ਆਏ ਗਏ ਨੂੰ ਨਿਵਾਸ ਦਿੰਦਾ, ਹਰੇਕ ਨੂੰ। ਤੇ ਕਰਨੀ ਕੁਦਰਤ ਦੀ, ਉਹਦੇ ਘਰ ਇੱਕ ਐਸਾ ਆ ਜਾਂਦਾ ਜਿਹਦੀ ਬਿਰਤੀ ਚੋਰਾਂ ਵਾਲੀ। ਪੜ੍ਹਦੇ ਆ ਨਾ ਇਤਿਹਾਸ ਨੂੰ, ਬਿਰਤੀ ਉਹਦੀ ਚੋਰਾਂ ਵਾਲੀ। ਉਹ ਕਹਿੰਦੇ ਕਦੋਂ ਇਹ ਸੌਣਗੇ, ਇਹ ਸ਼ਾਹੂਕਾਰ ਹੈ, ਧਨਵਾਨ ਹੈ, ਤੇ ਕਦੋਂ ਮੈਂ ਇਹਦੇ ਗਹਿਣੇ ਗੱਟੇ ਲੈ ਕੇ ਤੇ ਇੱਥੋਂ ਚੱਲਦਾ ਬਣਾਂਗਾ। ਐਸਾ ਕੁਛ ਵਾਪਰਿਆ, ਐਸਾ ਕੁਛ ਹੋਇਆ। ਰਾਤ ਸਮਾਂ ਹੋਇਆ ਤੇ ਉਸਨੇ ਕੀ ਕੀਤਾ, ਉਸ ਘਰ ਦੇ ਗਹਿਣੇ ਗੱਟੇ ਲੈ ਕੇ ਨਾ ਜਦੋਂ ਦਰਵਾਜ਼ੇ ਤੋਂ ਬਾਹਰ ਨਿਕਲਣ ਲੱਗਾ ਤੇ ਆਵਾਜ਼ ਆ ਗਈ ਉਸ ਪ੍ਰੇਮੀ ਨੂੰ ਵੀ ਜਿਹੜਾ ਯਾਤਰੂ ਮੇਰੇ ਘਰ ਠਹਿਰਿਆ ਹੋਇਆ ਸੀ, ਇਹ ਕਿਤੇ ਚੱਲਿਆ, ਬਾਹਰ ਚੱਲਿਆ ਕਿਤੇ। ਉਹਨੇ ਆਖਿਆ ਸ਼ਾਇਦ ਹੋ ਸਕਦਾ ਕਿਤੇ ਜੰਗਲ ਪਾਣੀ ਜਾਣਾ ਹੋਵੇ, ਕੋਈ ਤਕਲੀਫ ਹੋਵੇ। ਉੱਠਿਆ, ਉੱਠ ਕੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਉਹ ਵੀ ਘਰ ਵਾਲਾ ਵੀ ਉੱਠ ਪਿਆ ਜਿਹਦੇ ਘਰ ਮੈਂ ਠਹਿਰ ਪਿਆ, ਜਿਹੜੀ ਉਹਨੇ ਪੋਟਲੀ ਬੰਨੀ ਹੋਈ ਸੀ ਨਾ ਧਨ ਦੀ, ਗਹਿਣਿਆਂ ਦੀ, ਉਹ ਦਰਵਾਜ਼ੇ ਤੋਂ ਬਾਹਰ ਨਿਕਲਣ ਲੱਗਾ ਤੇ ਉਹ ਡਿੱਗ ਪਈ। ਤੇ ਉਸ ਪ੍ਰੇਮੀ ਨੇ ਚੁੱਕੀ, ਉਹਨੂੰ ਕਹਿੰਦਾ ਵੀ ਭਾਈ ਇਹ ਤੇ ਆਪਣੀ ਲਈ ਜਾ, ਇਹ ਤੇਰਾ ਸਮਾਨ ਹੈ, ਲੈ ਜਾ। ਉਹ ਅੱਗੇ ਅੱਗੇ, ਉਹ ਪਿੱਛੇ ਪਿੱਛੇ, ਕਹਿੰਦਾ ਵੀ ਲੈ ਜਾ ਭਾਈ ਆਪਣਾ। ਉਹਨੂੰ ਫੜਾ ਕੇ ਆਇਆ। ਤੇ ਜਦੋਂ ਸਵੇਰੇ ਦਿਨ ਚੜ੍ਹਿਆ ਤੇ ਪਤਾ ਲੱਗਾ, ਘਰ ਵਾਲੀ ਨੇ ਆਖਿਆ ਵੀ ਆਪਣਾ ਤਾਂ ਜਿਹੜਾ ਰਾਤ ਆਪਣੇ ਘਰ ਠਹਿਰਿਆ ਸੀ ਉਹ ਤੇ ਸਾਰੇ ਗਹਿਣੇ ਲੈ ਗਿਆ। ਇਸ ਪ੍ਰੇਮੀ ਨੇ ਪਤਾ ਕੀ ਘਰ ਵਾਲੀ ਨੂੰ ਆਖਿਆ, ਜਿੰਨੇ ਗਹਿਣੇ ਚਾਹੀਦੇ ਨੇ ਹੋਰ ਮਿਲ ਜਾਣਗੇ, ਪਰ ਇੱਕ ਮੇਰੀ ਬੇਨਤੀ ਹੈ, ਇਸ ਗੱਲ ਦਾ ਕਿਸੇ ਨੂੰ ਜ਼ਿਕਰ ਨਾ ਕਰੀਂ। ਉਹ ਕਹਿੰਦੀ ਕਿਉਂ? ਕਹਿੰਦਾ ਆਪਣੇ ਘਰ ਕਿਸੇ ਨੇ ਆਉਣਾ ਨਹੀਂ, ਉਹਨਾਂ ਨੇ ਆਖਣਾ ਠਹਿਰਾਉਂਦੇ ਵੀ ਨੇ, ਆਪਣੇ ਘਰ ਨਿਵਾਸ ਵੀ ਦਿੰਦੇ ਨੇ, ਮੁੜ ਕੇ ਚੋਰ ਬਣਾਉਂਦੇ ਨੇ। ਆਖੀ ਨਾ ਆਪਾਂ ਕੀ ਸਮਝ ਕੇ ਠਹਿਰਾਇਆ ਸੀ, ਆਪਾਂ ਤੇ ਗੁਰੂ ਕਾ ਸਿੱਖ, ਆਪਾਂ ਤੇ ਗੁਰੂ ਕਾ ਸ਼ਰਧਾਲੂ, ਇਹ ਸਮਝ ਕੇ ਠਹਿਰਾਉਣਾ ਕੀਤਾ ਸੀ। ਤੇ ਜਦੋਂ ਕਿਤੇ ਸਮਾਂ ਬਣਿਆ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਗਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਤੂੰ ਪਰਦਾ ਟੱਕਿਆ ਨਾ, ਤੂੰ ਕੀ ਸਮਝ ਕੇ ਵੀ ਇਹ ਗੁਰੂ ਕਾ ਸਿੱਖ ਹੈ, ਗੁਰੂ ਕਾ ਸ਼ਰਧਾਲੂ ਹੈ, ਮੈਂ ਕਿਸੇ ਨੂੰ ਜ਼ਿਕਰ ਨਹੀਂ ਕਰਨਾ ਕਿ ਮੇਰੇ ਘਰ ਠਹਿਰਨ ਵਾਲਾ ਮੇਰਾ ਕੁਛ ਸਮਾਨ ਚੁੱਕ ਕੇ ਲੈ ਗਿਆ, ਤੂੰ ਉਸ ਦਾ ਪਰਦਾ ਟੱਕਿਆ, ਗੁਰੂ ਤੇਰੇ ਪਰਦੇ ਟੱਕੇਗਾ। ਇੱਕ ਭਾਵਨਾ ਸੀ, ਇੱਕ ਹਿਰਦੇ ਅੰਦਰ ਮਨੁੱਖਤਾ ਦੇ ਪ੍ਰਥਾਏ, ਇੱਕ ਦੂਜੇ ਦੇ ਪ੍ਰਥਾਏ ਪਿਆਰ ਸੀ। ਹਰ ਮਨੁੱਖ ਇੱਕ ਦੂਜੇ ਦਾ ਸਤਿਕਾਰ ਕਰਦਾ ਸੀ ਤੇ ਗੁਰੂ ਨੇ ਇਹੋ ਜਿਹੀ ਮੱਤ ਦਿੱਤੀ ਸੀ, ਭਲੇ ਪੁਰਸ਼ਾਂ ਨੂੰ ਆਪਣੇ ਗ੍ਰਹਿ ਵਿਖੇ ਠਹਿਰਾਉਣਾ। ਨਗਰਾਂ ਨਗਰਾਂ ਦੇ ਵਿੱਚ ਧਰਮਸ਼ਾਲਾ ਬਣ ਗਈਆਂ ਸੀ। ਅੱਜ ਤੇ ਮੈਨੂੰ ਕਹਿੰਦਿਆਂ ਵੀ ਇਹ ਗੱਲ, ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅੱਜ ਕੋਈ, ਕਿਉਂਕਿ ਮਾਹੌਲ ਬਣ ਗਿਆ ਨਾ ਇਸ ਤਰ੍ਹਾਂ ਦਾ, ਸਮਾਂ ਇਸ ਤਰ੍ਹਾਂ ਦਾ ਬਣ ਗਿਆ, ਅਸੀਂ ਕਹਿੰਦੇ ਹਾਂ ਮਾਹੌਲ ਮਾੜਾ, ਇਹੋ ਕਹਿੰਦੇ ਆ ਨਾ, ਮਾਹੌਲ ਚੰਗਾ ਨਹੀਂ, ਵੀ ਅੱਜ ਤੱਕ ਕਿਸੇ ਨੂੰ ਠਹਿਰਾਉਣਾ ਨਹੀਂ ਚਾਹੀਦਾ। ਘਰ ਦੀ ਗੱਲ ਤੇ ਇੱਕ ਪਾਸੇ ਰਹਿ ਗਈ, ਮੈਨੂੰ ਖਿਮਾ ਕਰ ਦਿਓ, ਕਹਿਣ ਦਿਓ, ਅੱਜ ਕਿਤੇ ਗੁਰਦੁਆਰਿਆਂ ਦੇ ਵਿੱਚ ਵੀ ਘੱਟ ਹੀ ਠਹਿਰਾਇਆ ਜਾਂਦਾ ਹੈ। ਕਿਤੇ ਨਗਰਾਂ ਵਿੱਚ ਜਾ ਕੇ ਵੇਖਿਓ, ਆਮ ਨਗਰ ਵਿੱਚ ਭਾਵੇਂ ਕੋਈ ਯਾਤਰੂ ਜਿੰਨਾ ਮਰਜ਼ੀ ਮਜਬੂਰ ਕਿਉਂ ਨਾ ਹੋਵੇ, ਉਹ ਤਰਲੇ ਕਿਉਂ ਨਾ ਕਰੀ ਜਾਵੇ ਵੀ ਮੈਂ ਬੜਾ ਮਜਬੂਰ ਹਾਂ, ਮੈਂ ਹੁਣ ਕਿੱਥੇ ਜਾਵਾਂਗਾ, ਰਾਤ ਹੋ ਗਈ। ਆਖਣਗੇ ਨਹੀਂ,
ਉਹ ਵੀ ਸਮਾਂ ਸੀ ਜਦੋਂ ਪੁੱਛਿਆ ਹੀ ਨਹੀਂ ਸੀ ਜਾਂਦਾ ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ, ਕਿਹੜੇ ਪਾਸਿਓਂ ਆਇਆ ਹੈ, ਤੂੰ ਕਿਹੜੇ ਪਾਸਿਓਂ ਜਾਣਾ ਹੈ। ਕੇਵਲ ਤੇ ਕੇਵਲ ਇਨਸਾਨੀਅਤ ਦੇ ਨਾਂ 'ਤੇ, ਕੇਵਲ ਤੇ ਕੇਵਲ ਮਨੁੱਖਤਾ ਦੇ ਨਾਂ 'ਤੇ। ਹੁਣ ਕਾਰਨ ਕੀ ਬਣ ਗਿਆ? ਹੁਣ ਕਾਰਨ ਇਹ ਬਣ ਗਿਆ ਮਨੁੱਖ ਦਾ ਇਹ ਇੱਕ ਲੱਖੀ ਜੀਵਨ ਇੰਨਾ ਕੁ ਗਿਰ ਗਿਆ ਹੈ ਕੁਛ ਵਿਰਲੀ, ਤੇ ਜਿਹਦੇ ਕਰਕੇ ਸਾਰੀ ਮਨੁੱਖਤਾ ਸ਼ਰਮਸਾਰ ਹੁੰਦੀ ਪਈ ਹੈ, ਜਿਹਦੇ ਕਰਕੇ ਸਾਨੂੰ ਐਡੇ ਐਡੇ ਵੱਡੇ ਫੈਸਲੇ ਲੈਣੇ ਪੈਂਦੇ ਪਏ ਨੇ। ਹੈ ਕੁਛ ਕੀ? ਹੁਣ ਸਾਰੇ ਨਹੀਂ ਹੋ ਇਹੋ ਜਿਹੇ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ 'ਚੋਂ ਮੈਂ ਜ਼ਿਕਰ ਕਰ ਰਿਹਾ ਸੀ। ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਪਤਾ ਕਰੀਏ। ਸਤਿਗੁਰੂ ਕਹਿੰਦੇ ਜਾਓ ਭਾਈ ਕਰ ਲਓ ਪਤਾ। ਜਦੋਂ ਉਸ ਨਗਰ ਵਿੱਚ ਗਏ ਤੇ ਪੁੱਛਿਆ ਵੀ ਅਸੀਂ ਇਸ ਨਗਰ ਦੇ ਵਿੱਚ ਰਾਤ ਦਾ ਸਮਾਂ ਠਹਿਰਨਾ, ਉਹਨਾਂ ਆਖਿਆ ਇਸ ਨਗਰ ਦੇ ਵਿੱਚ ਤੇ ਕੋਈ ਧਰਮਸ਼ਾਲਾ ਹੈ ਨਹੀਂ, ਇੱਥੇ ਕੋਈ ਜਗ੍ਹਾ ਹੈ ਹੀ ਨਹੀਂ ਠਹਿਰਨ ਵਾਸਤੇ। ਵਾਪਸ ਆ ਗਏ। ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸਿਆ ਸੱਚੇ ਪਾਤਸ਼ਾਹ ਵੀ ਇਸ ਨਗਰ ਵਿੱਚ ਜਗ੍ਹਾ ਨਹੀਂ ਠਹਿਰਨ ਵਾਸਤੇ। ਸਤਿਗੁਰੂ ਵੇਖਦੇ ਨੇ ਵੀ ਚੁਬਾਰੇ ਤੇ ਬੜੇ ਵੱਡੇ ਵੱਡੇ ਨੇ, ਤੇ ਕਹਿੰਦੇ ਜਗ੍ਹਾ ਕੋਈ ਨਹੀਂ ਠਹਿਰਨ ਵਾਸਤੇ, ਗੁਰੂ ਨੂੰ ਠਹਿਰਾਉਣ ਵਾਸਤੇ ਜਗ੍ਹਾ ਨਹੀਂ। ਸਾਡੇ ਘਰ ਕਿਤੇ ਗੁਰੂ ਆਵੇ, ਸਾਡੇ ਹਿਰਦੇ ਰੂਪੀ ਘਰ ਵਿੱਚ, ਮੈਨੂੰ ਖਿਮਾ ਕਰਿਓ ਕਹਿਣ ਦਿਆ ਜੇ, ਸਾਡੇ ਹਿਰਦੇ ਦੇ ਵਿੱਚ ਵੀ ਜਗ੍ਹਾ ਕੋਈ ਨਹੀਂ ਗੁਰੂ ਨੂੰ ਠਹਿਰਾਉਣ ਵਾਸਤੇ। ਇਸ ਦੇ ਅੰਤਰੀ ਭਾਵ ਨੂੰ ਵੀ ਲਈਏ, ਆਪਾਂ ਬਾਹਰੀ ਭਾਵ ਦੀ ਗੱਲ ਕਰਦੇ ਪਏ ਹਾਂ ਨਾ, ਇਹਦਾ ਅੰਤਰਿਮ ਭਾਵ ਹੈ ਕਿ ਸਾਡੇ ਹਿਰਦੇ ਅੰਦਰ ਜਗ੍ਹਾ ਕੋਈ ਨਹੀਂ ਜੇ ਗੁਰੂ ਨੂੰ ਠਹਿਰਾਉਣ ਵਾਸਤੇ। ਗੁਰੂ ਕਹੇ ਵੀ ਮੈਂ ਤੇਰੇ ਘਰ ਰੂਪੀ ਹਿਰਦੇ ਰੂਪੀ ਘਰ ਵਿੱਚ ਆਉਣਾ ਚਾਹੁੰਦਾ, ਤੇ ਸਾਡੇ ਕੋਲ ਜਗ੍ਹਾ ਹੀ ਕੋਈ ਨਹੀਂ। ਸਾਡਾ ਤਾਂ ਹਿਰਦਾ ਪਹਿਲਾਂ ਹੀ ਭਰਿਆ ਪਿਆ, ਕਾਮ ਕ੍ਰੋਧ ਨਗਰ ਬਹੁ ਭਰਿਆ। ਹਿਰਦਾ ਤੇ ਸਾਡਾ ਪਹਿਲਾਂ ਹੀ ਵਿਕਾਰਾਂ ਦੇ ਨਾਲ ਭਰਿਆ ਪਿਆ, ਹਿਰਦਾ ਤੇ ਸਾਡਾ ਪਹਿਲਾਂ ਹੀ ਈਰਖਾ ਦਵੈਸ਼ ਦੇ ਨਾਲ ਭਰਿਆ ਪਿਆ। ਸਾਡੇ ਘਰ ਕਿਸੇ ਖਾਸ ਨੇ ਆਉਣਾ ਹੋਵੇ ਨਾ, ਕਿਸੇ ਖਾਸ ਨੇ, ਅਸੀਂ ਪਤਾ ਕੀ ਕਰਦੇ ਹਾਂ, ਘਰ ਨੂੰ ਬੜਾ ਸੁਚੱਜਾ ਬਣਾਉਂਦੇ ਹਾਂ, ਬੜਾ ਸੁਹਾਵਣਾ ਬਣਾਉਂਦੇ ਹਾਂ, ਬੜਾ ਸੋਹਣਾ ਬਣਾਉਂਦੇ ਹਾਂ, ਬੜੀਆਂ ਸਫਾਈਆਂ ਕਰਦੇ ਹਾਂ ਨਾ। ਤੇ ਕਿਸੇ ਖਾਸ ਨੂੰ ਸੱਦ ਵੀ ਲਈਏ ਅਸੀਂ, ਤੇ ਘਰ ਦੀ ਸਫਾਈ ਵੀ ਨਾ ਕੀਤੀ ਹੋਵੇ, ਉਸੇ ਤਰ੍ਹਾਂ ਹੀ ਕੂੜਾ ਖਿਲ ਰਿਹਾ ਹੋਵੇ, ਤੇ ਉਹ ਜਿਹੜਾ ਖਾਸ ਹੈ ਨਾ, ਹੋ ਸਕਦਾ ਦਰਵਾਜ਼ੇ ਤੋਂ ਮੁੜ ਜਾਵੇ। ਆਖੇਗਾ ਨਹੀਂ। ਅਸੀਂ ਗੁਰੂ ਨੂੰ ਆਵਾਜ਼ ਵੀ ਮਾਰਨੇ ਪਏ ਹਾਂ, ਕਹਿੰਦੇ ਵੀ ਪਏ ਹਾਂ ਆਵੋ ਸੱਜਣਾ। ਅਸੀਂ ਨਾ ਇਹਨਾਂ ਸ਼ਬਦਾਂ ਦਾ ਬਹੁਤਾ ਸੰਬੰਧ ਵਿਆਹਾਂ ਨਾਲ ਜੋੜ ਕੇ ਰੱਖਤਾ ਵੀ ਬਸ ਉੱਥੇ ਤੱਕ ਹੀ ਸੀਮਤ ਹੈ, ਅੱਗੇ ਨਹੀਂ ਵਧਣੇ ਚਾਹੀਦੇ। ਅਸੀਂ ਅੱਗੇ ਜਾਣਾ ਹੀ ਨਹੀਂ ਚਾਹੁੰਦੇ, ਉੱਥੇ ਹੀ ਖਲੋਣਾ ਚਾਹੁੰਦੇ ਹਾਂ ਬਸ, ਕਿਉਂਕਿ ਪੜ੍ਹਦੇ ਹੀ ਉੱਥੇ ਆ। ਅੱਗੇ ਪਿੱਛੇ ਕਦੇ ਪੜ੍ਹਿਆ? ਰੋਜ਼ ਪੜ੍ਹੀਏ, ਹਾਂ ਰੋਜ਼ ਆਖੀਏ ਇਹ ਗੁਰੂ ਰੂਪ ਸੱਜਣ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ, ਆਵੋ ਸੱਜਣਾ, ਆਵੋ ਸੱਜਣਾ, ਹਉ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਰਣ ਹੈ ਕੌਣ? ਇਹ ਜਿੰਦ ਖੜੀ ਤੱਕਾਂ ਮੈਂ ਮਨ ਚਾਓ ਕਨੇਰਾ ਰਾਮ, ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ। ਤੇ ਹੁਣ ਜਦੋਂ ਆਵਾਜ਼ ਮਾਰੀ ਤੇ ਆ ਗਿਆ। ਸਾਡੀ ਆਵਾਜ਼ ਮਾਰਨ ਦੇ ਵਿੱਚ ਦੇਰ ਹੈ, ਉਹਦੇ ਆਉਣ ਵਿੱਚ ਦੇਰ ਨਹੀਂ ਜੇ। ਅਸੀਂ ਆਪਣੇ ਘਰ ਵਿੱਚ ਉਹਨੂੰ ਚੇਤੇ ਹੀ ਨਹੀਂ ਕਰਦੇ ਪਏ, ਯਾਦ ਹੀ ਨਹੀਂ ਕਰਦੇ ਪਏ। ਜੇ ਉਹਨੂੰ ਯਾਦ ਕਰਦੇ ਪਏ ਤੇ ਕੇਵਲ ਕੁਛ ਪਦਾਰਥਾਂ ਖਾਤਰ, ਕੁਛ ਸੁੱਖਾਂ ਖਾਤਰ। ਕੋਈ ਐਸਾ ਜਿਹੜਾ ਆਖੇ ਮੈਂ ਰੱਬ ਨੂੰ ਚਾਹੁੰਦਾ ਆ, ਤੂੰ ਆ, ਮੈਂ ਤੈਨੂੰ ਚਾਹੁੰਦਾ, ਮੈਂ ਸੁੱਖ ਨਹੀਂ ਚਾਹੁੰਦਾ। ਕਿਉਂਕਿ ਤੂੰ ਆ ਗਿਆ, ਜਿੱਥੇ ਤੂੰ ਆ ਗਿਆ ਉੱਥੇ ਸੁੱਖ ਵੀ ਆ ਗਏ, ਜਿੱਥੇ ਤੂੰ ਆ ਗਿਆ ਉੱਥੇ ਆਨੰਦ ਵੀ ਆ ਗਿਆ। ਅਸੀਂ ਕਹਿੰਦੇ ਪਏ ਤੂੰ ਨਾ ਆ, ਬਸ ਸੁੱਖ ਆ ਜਾਣ, ਤੇਰੀ ਜ਼ਰੂਰਤ ਨਹੀਂ ਹੋ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਤੇ ਮੰਗਦੇ, ਪਦਾਰਥ ਤੇ ਮੰਗਦੇ ਪਏ ਆ। ਇੱਕ ਗੱਲ ਜ਼ਰੂਰ ਵੇਖਿਓ, ਇਹ ਪਤਾ ਕੀ ਨੇ? ਇਹ ਮਹਾ ਮਾਇਆ ਤਾਂ ਕੀ ਹੈ? ਛਾਇਆ। ਤੇ ਛਾਂ ਕਿੱਥੇ ਆਏਗੀ? ਜਿੱਥੇ ਆਪ ਆਏਗਾ। ਹੁਣ ਮਾਨੋ ਆਪਾਂ ਹੀ ਆ, ਸਾਡੀ ਛਾਂ, ਸਾਡਾ ਪਰਛਾਵਾਂ ਕਿੱਥੇ ਜਾਏਗਾ? ਜਿੱਥੇ ਅਸੀਂ ਆਪ ਜਾਵਾਂਗੇ। ਅਸੀਂ ਪਰਛਾਵਾਂ ਤੇ ਚਾਹੁੰਦੇ ਹਾਂ, ਪਰ ਜਿਹਦਾ ਪਰਛਾਵਾਂ ਉਹਨੂੰ ਨਹੀਂ ਚਾਹੁੰਦੇ ਪਏ।
ਉਹ ਵੀ ਕਿਤੇ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਆ ਜਾਵੇ। ਭਾਈ ਸਾਈਂ ਦਾਸ ਨੇ ਘਰ ਬਣਾਇਆ ਟਰੋਲੀ 'ਚ, ਤੇ ਇੱਛਾ ਕੀ ਹੈ? ਮੇਰੇ 'ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਉਣ। ਅਸੀਂ ਵੀ ਇੱਛਾ ਰੱਖੀ ਹੈ ਸਾਡਾ ਸੰਸਾਰੀ ਘਰ ਹੈ, ਤੇ ਸਾਡੇ ਸੰਸਾਰੀ ਘਰ ਦੇ ਵਿੱਚ ਭਲੇ ਪੁਰਸ਼ਾਂ ਦੀ ਸੇਵਾ ਹੋਵੇ, ਸਾਡੇ ਘਰ ਦੇ ਵਿੱਚ ਗੁਰਸਿੱਖਾਂ ਦੀ ਸੇਵਾ ਹੋਵੇ। ਅੱਜ ਭਗਤ ਜੀ ਕਿਰਪਾ ਕਰਦੇ ਪਏ ਨੇ, ਵੇਖਿਓ ਉਹਨਾਂ ਨੂੰ ਘਰਾਂ ਨੂੰ ਘਰ ਨਹੀਂ ਕਹਿੰਦੇ। ਕੀ ਕਹਿੰਦੇ ਪਏ ਨੇ? ਭਗਤ ਜੀ ਕਹਿੰਦੇ ਪਏ ਨੇ, ਕਬੀਰ ਜਾ ਕਰ ਸਾਧ ਨ ਸੇਵੀਐ, ਹਰ ਕੀ ਸੇਵਾ ਨਾਹੇ। ਜਿਸ ਘਰ ਦੇ ਵਿੱਚ ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਜਿਸ ਘਰ ਵਿੱਚ ਬ੍ਰਾਹਮਣਾਂ ਵਾਲਿਆਂ ਦੀ ਸੇਵਾ ਨਹੀਂ ਹੁੰਦੀ, ਜਿਸ ਘਰ ਵਿੱਚ ਹਰੀ ਨੂੰ ਚੇਤੇ ਨਹੀਂ ਕੀਤਾ ਜਾਂਦਾ, ਜਿਸ ਘਰ ਵਿੱਚ ਰੱਬ ਦੀ ਪੂਜਾ ਨਹੀਂ ਹੁੰਦੀ। ਹੁਣ ਰੱਬ ਦੀ ਪੂਜਾ ਕਰਨੀ ਕੀ ਹੈ? ਰੱਬ ਦੀ ਪੂਜਾ ਉਹਨੂੰ ਯਾਦ ਕਰਨਾ ਹੀ ਹੈ ਨਾ, ਗੁਰੂ ਦੀ ਪੂਜਾ ਕਰਨੀ ਉਹਨੂੰ ਯਾਦ ਕਰਨਾ ਹੀ ਹੈ ਨਾ। ਜਿਸ ਘਰ ਵਿੱਚ ਗੁਰੂ ਨੂੰ ਚੇਤੇ ਨਹੀਂ ਕੀਤਾ ਜਾਂਦਾ, ਕਿਉਂਕਿ ਗੁਰੂ ਚੇਤੇ ਕਰਨ ਦੇ ਨਾਲ ਜੀਵਨ ਵਿੱਚ ਆਨੰਦ ਬਣ ਜਾਂਦਾ ਹੈ। ਜਿਸ ਤੋਂ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੋਂ ਆਵੇ ਚਿੱਤ ਤਿਸ ਜਮ ਨਾਹੀਂ ਦੁੱਖ, ਜਿਸ ਤੋਂ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਗੱਲ ਤੇ ਚੇਤੇ ਕਰਨ ਦੀ। ਹੁਣ ਚੇਤੇ ਆਉਣਾ, ਸਤਿਗੁਰੂ ਕਹਿੰਦੇ ਤੁਧ ਚਿਤੇ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਚੇਤੇ ਆਇਆ ਤੇ ਆਨੰਦ ਹੀ ਆਨੰਦ ਹੈ। ਭੁੱਲ ਜਾਣਾ ਮੌਤ ਹੈ। ਅੱਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਉ ਘਰ ਕਿਹੋ ਜਿਹੇ ਨੇ। ਸੁਣਿਓ ਜਰਾ, ਕਿਤੇ ਸਾਨੂੰ ਕੋਈ ਸੋਝੀ ਆ ਜਾਏ, ਸਮਝ ਆ ਜਾਵੇ। ਭਗਤ ਜੀ ਕਹਿੰਦੇ ਪਏ ਨੇ, ਭਗਤ ਕਬੀਰ ਜੀ ਕਹਿੰਦੇ ਉਹ ਘਰ ਜਿਹੜੇ ਨੇ ਨਾ, ਤੇ ਘਰ ਮਰ ਹੱਠ। ਮਰਟ ਕਿਹਨੂੰ ਕਹਿੰਦੇ? ਸ਼ਮਸ਼ਾਨ ਭੂਮੀ ਨੂੰ, ਮੜੀਆਂ ਨੂੰ। ਤੇ ਕਰ ਮਰ ਹੱਠ ਸਾਰਖੇ, ਪੂਤ ਬਸੈ ਤਿਨ ਮਾਹੇ। ਉਹ ਘਰ ਮੜੀਆਂ ਦੇ ਸਮਾਨ ਨੇ, ਉਹ ਘਰ ਸ਼ਮਸ਼ਾਨ ਭੂਮੀ ਦੇ ਸਨਮਾਨ ਨੇ। ਸ਼ਮਸ਼ਾਨ ਭੂਮੀ ਵਿੱਚ ਕੌਣ ਰਹਿੰਦਾ? ਅਸੀਂ ਕੀ ਕਹਿੰਦੇ ਆ, ਕੌਣ ਰਹਿੰਦਾ ਜੀ? ਕਹਿੰਦੇ ਜੀ ਭੂਤ ਨੇ ਰਹਿੰਦੇ ਉੱਥੇ। ਭਗਤ ਜੀ ਕਹਿੰਦੇ ਉਸ ਘਰ ਵਿੱਚ ਇਨਸਾਨ ਨਹੀਂ ਵਸਦੇ, ਉਸ ਘਰ ਵਿੱਚ ਬੰਦੇ ਨਹੀਂ ਵਸਦੇ, ਉਸ ਘਰ ਦੇ ਵਿੱਚ ਤੇ ਭੂਤ ਨਹੀਂ ਨੇ। ਤੁਸੀਂ ਵੇਖਿਆ ਹੋਏਗਾ ਕਈ ਘਰ ਦੇ ਵਿੱਚ ਕਲੇਸ਼ ਹੋਏ ਨਾ ਹੋਵੇ ਨਾ, ਝਗੜਾ ਹੁੰਦਾ ਹੋਵੇ, ਕਹਿੰਦੇ ਬੰਦੇ ਥੋੜਾ ਨੇ, ਭੂਤ ਨੇ। ਕਿਤੇ ਆਂਢ ਗੁਆਂਢ 'ਚ ਸਾਡੇ ਅਸੀਂ ਆਪ ਸੁਭਾਵਕ ਕਹਿ ਦਿੰਦੇ ਆ। ਇਹ ਕਲਯੁਗ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਪੁੱਤ ਜਨੇਰਾ, ਧੀ ਜਨੇਰੀ, ਜੋਰੂ ਜਿਨ੍ਹਾਂ ਦਾ ਸਤਿਕਾਰ। ਉਹ ਤੇ ਜਿੰਨ ਭੂਤ, ਵਾਕਈ ਜਿੰਨ ਭੂਤ ਉਹ ਬੰਦੇ ਨੇ ਜਿਹੜੇ ਉਸ ਮਾਲਕ ਨੂੰ ਚੇਤੇ ਨਹੀਂ ਕਰਦੇ। ਭੂਤ ਨੇ ਘੂਰ ਨਹੀਂ ਹੁੰਦੇ। ਕੌਣ ਭੂਤ ਨੇ? ਭਗਤ ਜੀ ਕਹਿੰਦੇ ਉਹ ਭੂਤ ਨੇ ਜਿਹੜੇ ਰੱਬ ਨੂੰ ਚੇਤੇ ਨਹੀਂ ਕਰਦੇ। ਉਹ ਘਰ ਮੜੀਆਂ ਦੇ ਸਮਾਨ ਹੈ। ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤੇ ਹੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ। ਮੈਂ ਇੱਕ ਜ਼ਿਕਰ ਕਰਦਾ ਪਿਆ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਮੈਂ ਉਹ ਪੰਕਤੀ ਸਮਾਪਤੀ ਦੀ ਕਹਿ ਕੇ ਸਮਾਪਤੀ ਕਰਾਂ। ਜਦੋਂ ਗੁਰਸਿੱਖ ਪੁੱਛ ਕੇ ਆ ਗਏ ਨਾ, ਤੇ ਸਤਿਗੁਰ ਪਾਤਸ਼ਾਹ ਕਹਿੰਦੇ ਆਓ ਹੁਣ ਚੱਲਨੇ ਆਪਾਂ। ਕਿਤੇ ਗਏ? ਭਾਈ ਹੇਮੇ ਕੋਲ, ਜਿਹਦੀ ਟੁੱਟੀ ਹੋਈ ਛੰਨ ਹੈ। ਤੇ ਜਾਂਦੇ ਹੀ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸਾਖੀ ਕਰ ਕਹਿੰਦੇ, ਸਰਦੀ ਦਾ ਮੌਸਮ ਹੈ, ਇਹਨੇ ਜਿਹੜੇ ਆਪਣੇ ਸਰੀਰ ਤੇ ਕੰਬਲੀ ਲਪੇਟੀ ਨਾ, ਆਪਣੇ ਸਰੀਰ ਤੇ, ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵਿਛਾਤੀ। ਮੈਂ ਵਿਸਥਾਰ 'ਚ ਨਹੀਂ ਜਾ ਰਿਹਾ। ਗੁਰੂ ਪਾਤਸ਼ਾਹ ਬਰਾਜ ਗਏ, ਇਹਦੀ ਕੰਬਲੀ 'ਚ ਨਹੀਂ ਬਰਾਜੇ, ਇਹਦੇ ਹਿਰਦੇ ਵਿੱਚ ਬਰਾਜ ਗਏ। ਇਹਨੇ ਆਵਾਜ਼ ਦਿੱਤੀ ਸੀ, ਇਹ ਮੇਰੇ ਮਾਲਕ, ਮੇਰੇ ਸੱਜਣ ਜੀ, ਮੇਰੇ ਗੁਰੂ ਜੀ, ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਵਸੋ।
ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਉਚਾਰਨ ਕੀਤਾ ਸੀ, ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ। ਉਹ ਘਰ ਭਲਾ ਹੈ, ਉਹ ਛੱਪੜੀ ਹੀ ਸੁਹਾਵਣੀ ਏ, ਉਹ ਛੰਨ ਹੀ ਚੰਗੀ ਹੈ ਜਿੱਥੇ ਮਾਲਕ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਉਹ ਵੱਡੇ ਵੱਡੇ ਚੁਬਾਰੇ, ਵੱਡੇ ਵੱਡੇ ਮਹਿਲ, ਵੱਡੇ ਵੱਡੇ ਬੰਗਲੇ ਕਿਸੇ ਕੰਮ ਦੇ ਨਹੀਂ। ਉਹ ਤੇ ਸ਼ਮਸ਼ਾਨ ਭੂਮੀ ਜਾਣੋ ਜਿੱਥੇ ਮਾਲਕ ਨੂੰ ਚੇਤੇ ਨਹੀਂ ਕੀਤਾ ਜਾਂਦਾ, ਯਾਦ ਨਹੀਂ ਕੀਤਾ ਜਾਂਦਾ। ਰਹੋ ਵਿਚਾਰ, ਸਤਿਗੁਰੂ ਕਿਰਪਾ ਕਰਨ।